ਪਿਆਰੇ ਬੱਚਿਓ, DL-ED ETT ਸੈਕੰਡ ਈਅਰ ਦੇ ਪੈਡਾਗੋਗੀ ਆਫ ਇੰਗਲਿਸ਼ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਟੌਪਿਕ ਹੈ ਜੋ ਲਗਭਗ ਹਰ ਪੇਪਰ ਦੇ ਵਿੱਚ 1 ਜਾਂ 2 ਕੁਐਸਚਨ ਆਉਂਦੇ ਨੇ। ਟੀਚਿੰਗ ਇੰਗਲਿਸ਼ ਐਜ਼ ਫਸਟ ਲੈਂਗੁਏਜ, ਟੀਚਿੰਗ ਇੰਗਲਿਸ਼ ਐਜ਼ ਸੈਕੰਡ ਲੈਂਗੁਏਜ, ਟੀਚਿੰਗ ਇੰਗਲਿਸ਼ ਐਜ਼ ਫੋਰਨ ਲੈਂਗੁਏਜ। ਇਸ ਟੌਪਿਕ ਨੂੰ ਮੈਂ ਬਹੁਤ ਹੀ ਸਿੰਪਲ ਢੰਗ ਨਾਲ ਸਮਝਾਇਆ ਹੈ। ਇਸ ਦੇ ਵਿੱਚੋਂ 1 ਨੰਬਰ ਜਾਂ 4 ਨੰਬਰ ਦਾ ਪ੍ਰਸ਼ਨ ਪੇਪਰ ਦੇ ਵਿੱਚ ਆ ਜਾਂਦਾ ਹੈ। ਬਹੁਤ ਧਿਆਨ ਨਾਲ ਸੁਣਨਾ। ਪਹਿਲਾ ਟੌਪਿਕ ਹੈ ਟੀਚਿੰਗ ਇੰਗਲਿਸ਼ ਐਜ਼ ਅ ਫਸਟ ਲੈਂਗੁਏਜ। ਇੰਗਲਿਸ਼ ਇਜ਼ ਟੌਟ ਆਲ ਓਵਰ ਦਾ ਵਰਲਡ ਅੰਡਰ ਮੈਨੀ ਸਰਕਮਸਟਾਂਸਿਸ। ਅੰਗਰੇਜ਼ੀ ਬਹੁਤ ਸਾਰੀਆਂ ਸਥਿਤੀਆਂ ਵਿੱਚ ਪੂਰੀ ਦੁਨੀਆ ਵਿੱਚ ਸਿਖਾਈ ਜਾਂਦੀ ਹੈ। ਵਨ ਇਜ਼ ਫॉर ਦਾ ਨੇਟਿਵਸ ਹੂ ਯੂਜ਼ ਇਟ ਐਜ਼ ਦੇਅਰ ਫਸਟ ਲੈਂਗੁਏਜ। ਇੱਕ ਉਹਨਾਂ ਮੂਲ ਨਿਵਾਸੀਆਂ ਲਈ ਹੈ ਜੋ ਇਸ ਨੂੰ ਪਹਿਲੀ ਭਾਸ਼ਾ ਵਜੋਂ ਵਰਤਦੇ ਹਨ। ਇਟ ਇਜ਼ ਆਲਸੋ ਕਾਲਡ ਐਜ਼ ਦਾ ਮਦਰ ਟੰਗ ਆਫ ਦਾ ਚਾਈਲਡ। ਇਸ ਨੂੰ ਬੱਚੇ ਦੀ ਮਾਂ ਬੋਲੀ ਵੀ ਕਿਹਾ ਜਾਂਦਾ ਹੈ। ਲੈਂਗੁਏਜ ਲਰਨਿੰਗ ਇਜ਼ ਅ ਨੈਚੁਰਲ ਪ੍ਰੋਸੈਸ। ਭਾਸ਼ਾ ਸਿੱਖਣਾ ਇੱਕ ਕੁਦਰਤੀ ਪ੍ਰਕਿਰਿਆ ਹੈ। ਚਾਈਲਡ ਲਰਨਸ ਮਦਰ ਟੰਗ ਇਨ ਨੈਚੁਰਲ ਵੇ ਵਿਦਆਊਟ ਐਨੀ ਟਾਈਮ ਲਿਮਿਟ ਐਂਡ ਸਪੈਸ਼ਲ ਐਨਵਾਇਰਮੈਂਟ। ਬੱਚਾ ਬਿਨਾਂ ਕਿਸੇ ਸਮਾਂ, ਸੀਮਾ ਜਾਂ ਵਿਸ਼ੇਸ਼ ਮਾਹੌਲ ਦੇ ਕੁਦਰਤੀ ਤਰੀਕੇ ਨਾਲ ਮਾਤ ਭਾਸ਼ਾ ਸਿੱਖਦਾ ਹੈ। He or she learns mother tongue from every person with whom he comes in contact. ਉਹ ਜਿਸ ਕਿਸੇ ਦੇ ਕੰਟੈਕਟ ਦੇ ਵਿੱਚ ਆਉਂਦਾ ਹੈ ਉਸ ਕੋਲੋਂ ਉਹ ਮਾਂ ਬੋਲੀ ਸਿੱਖ ਲੈਂਦਾ ਹੈ। The child listens English as a language since his birth. ਬੱਚਾ ਜਨਮ ਤੋਂ ਹੀ ਇੰਗਲਿਸ਼ ਨੂੰ ਸੁਣਦਾ ਹੈ। He starts speaking English language before he comes to school. ਜਦੋਂ ਉਹ ਸਕੂਲ ਪਹੁੰਚਦਾ ਹੈ ਜਾਂ ਸਕੂਲ ਜਾਣ ਤੋਂ ਪਹਿਲਾਂ ਹੀ ਉਹ ਅੰਗਰੇਜ਼ੀ ਭਾਸ਼ਾ ਬੋਲਣਾ ਸ਼ੁਰੂ ਕਰ ਦਿੰਦਾ ਹੈ। When the child comes to school, the responsibility of the teacher is to teach reading and writing skill. ਜਦੋਂ ਬੱਚਾ ਸਕੂਲ ਆਉਂਦਾ ਹੈ ਤਾਂ ਅਧਿਆਪਕ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਪੜ੍ਹਨ ਲਿਖਣ ਦੇ ਹੁਨਰ ਸਿਖਾਵੇ। The teacher has the duty of adding words to the speaking vocabulary of the learner. ਇਹ ਅਧਿਆਪਕ ਦਾ ਫਰਜ਼ ਹੋ ਜਾਂਦਾ ਹੈ ਕਿ ਉਹ ਸਿੱਖਿਆਰਥੀ ਦੀ ਬੋਲਣ ਵਾਲੀ ਸ਼ਬਦਾਵਲੀ ਦੇ ਵਿੱਚ ਹੋਰ ਸ਼ਬਦ ਜੋੜੇ। The foundation of language has already been laid at home and the teacher has to carry it forward. ਜਿਹੜੀ ਆਧਾਰਸ਼ਿਲਾ ਹੈ, ਭਾਸ਼ਾ ਨੂੰ ਸਿੱਖਣ ਦੀ ਆਧਾਰਸ਼ਿਲਾ ਪਹਿਲਾਂ ਹੀ ਘਰ ਵਿੱਚ ਰੱਖੀ ਜਾ ਚੁੱਕੀ ਹੁੰਦੀ ਹੈ ਅਤੇ ਅਧਿਆਪਕ ਨੇ ਉਸ ਨੂੰ ਹੋਰ ਅੱਗੇ ਲੈ ਕੇ ਜਾਣਾ ਹੁੰਦਾ ਹੈ। So teaching English as a first language becomes much more easier for the teacher. ਇਸ ਲਈ ਅੰਗਰੇਜ਼ੀ ਨੂੰ ਪਹਿਲੀ ਭਾਸ਼ਾ ਵਜੋਂ ਪੜ੍ਹਾਉਣਾ ਅਧਿਆਪਕ ਲਈ ਬਹੁਤ ਜ਼ਿਆਦਾ ਆਸਾਨ ਹੋ ਜਾਂਦਾ ਹੈ। ਸਾਡਾ ਦੂਸਰਾ ਟੌਪਿਕ ਹੈ ਟੀਚਿੰਗ ਇੰਗਲਿਸ਼ ਐਜ਼ ਸੈਕੰਡ ਲੈਂਗੁਏਜ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਾਡੇ ਪੰਜਾਬ ਦੇ ਵਿੱਚ ਪੰਜਾਬੀ ਨੂੰ ਪਹਿਲੀ ਭਾਸ਼ਾ ਦੇ ਤੌਰ 'ਤੇ ਜਾਂ ਮਾਤ ਭਾਸ਼ਾ ਦੇ ਤੌਰ 'ਤੇ ਵੇਖਿਆ ਜਾਂਦਾ ਹੈ ਅਤੇ ਹਿੰਦੀ ਨੂੰ ਦੂਸਰੀ ਭਾਸ਼ਾ ਦੇ ਤੌਰ 'ਤੇ ਰੱਖਿਆ ਜਾਂਦਾ ਹੈ। ਪਰੰਤੂ ਅੱਜ ਦੇ ਸਮੇਂ ਦੇ ਵਿੱਚ ਹਿੰਦੀ ਦੀ ਥਾਂ ਅੰਗਰੇਜ਼ੀ ਨੇ ਲੈ ਲਈ ਹੈ। ਅਸੀਂ ਕਿਸੇ ਵੀ ਸਕੂਲ ਵਿੱਚ ਕੋਈ ਐਡਮਿਸ਼ਨ ਫਾਰਮ ਭਰਨਾ ਹੈ, ਕਿਸੇ ਬੈਂਕ ਦੇ ਵਿੱਚ ਕੋਈ ਫਾਰਮ ਭਰਨਾ ਹੈ ਤਾਂ ਸਾਨੂੰ ਉਹ ਫਾਰਮ ਅੰਗਰੇਜ਼ੀ ਦੇ ਵਿੱਚ ਹੀ ਮਿਲਦਾ ਹੈ। ਇਸ ਲਈ ਹੁਣ ਸਾਡੇ ਦੇਸ਼ ਵਿੱਚ, ਸਾਡੇ ਸਟੇਟ ਦੇ ਵਿੱਚ, ਸਾਡੇ ਦੇਸ਼ ਦੇ ਵਿੱਚ ਵੀ ਅੰਗਰੇਜ਼ੀ ਬਹੁਤ ਜ਼ਿਆਦਾ ਪ੍ਰਫੁੱਲਤ ਹੋ ਚੁੱਕੀ ਹੈ। ਇਸ ਲਈ ਇਸ ਨੂੰ ਹੁਣ ਸੈਕੰਡ ਲੈਂਗੁਏਜ ਦਾ ਦਰਜਾ ਦਿੱਤਾ ਜਾ ਚੁੱਕਾ ਹੈ। ਆਓ ਪੜ੍ਹੀਏ। ਇੰਗਲਿਸ਼ ਇਜ਼ ਟੌਟ ਟੂ ਦਾ ਨੇਟਿਵਸ ਆਫ ਇੰਗਲਿਸ਼ ਸਪੀਕਿੰਗ ਕੰਟਰੀਜ਼ ਐਜ਼ ਦਾ ਫਸਟ ਲੈਂਗੁਏਜ। ਅੰਗਰੇਜ਼ੀ ਬੋਲਣ ਵਾਲੇ ਦੇਸ਼ਾਂ ਦੇ ਮੂਲ ਨਿਵਾਸੀਆਂ ਨੂੰ ਪਹਿਲੀ ਭਾਸ਼ਾ ਵਜੋਂ ਅੰਗਰੇਜ਼ੀ ਸਿਖਾਈ ਜਾਂਦੀ ਹੈ। But the students of other language efforts are required to learn a second language. ਪਰੰਤੂ ਦੂਜੀ ਭਾਸ਼ਾ ਦੇ ਵਿਦਿਆਰਥੀਆਂ ਨੂੰ ਦੂਜੀ ਭਾਸ਼ਾ ਸਿੱਖਣ ਲਈ ਯਤਨਾਂ ਦੀ ਲੋੜ ਹੁੰਦੀ ਹੈ। English is taught as the second language in India, Philippines and Kenya etc. ਭਾਰਤ, ਫਿਲੀਪਾਈਨਜ਼ ਅਤੇ ਕੀਨੀਆ ਦੇ ਵਿੱਚ ਅੰਗਰੇਜ਼ੀ ਨੂੰ ਦੂਜੀ ਭਾਸ਼ਾ ਦੇ ਤੌਰ 'ਤੇ ਪੜ੍ਹਾਇਆ ਜਾਂਦਾ ਹੈ।
As second language, English is used for the purpose of education, administration, scientific work, translation and communication at certain level. ਅੰਗਰੇਜ਼ੀ ਨੂੰ ਦੂਜੀ ਭਾਸ਼ਾ ਵਜੋਂ ਸਿੱਖਿਆ, ਪ੍ਰਸ਼ਾਸਨ, ਵਿਗਿਆਨਕ ਕੰਮ, ਅਨੁਵਾਦ ਅਤੇ ਸੰਚਾਰ ਦੇ ਉਦੇਸ਼ਾਂ ਲਈ ਕੁਝ ਪੱਧਰਾਂ ਤੇ ਪ੍ਰਯੋਗ ਕੀਤਾ ਜਾਂਦਾ ਹੈ, ਵਰਤਿਆ ਜਾਂਦਾ ਹੈ। Teachers of ESL need to enable the learner to listen, read, and express the ideas by speaking and writing through English. ਅਧਿਆਪਕਾਂ ESL ਦੇ ਅਧਿਆਪਕਾਂ ਨੂੰ ਸਿੱਖਿਆਰਥੀਆਂ ਨੂੰ ਸੁਣਨ ਦੇ ਯੋਗ, ਪੜ੍ਹਨ ਦੇ ਯੋਗ ਬਣਾਉਣਾ ਹੈ ਤਾਂ ਜੋ ਉਹ ਆਪਣੇ ਵਿਚਾਰ ਬੋਲ ਕੇ ਜਾਂ ਲਿਖ ਕੇ ਅੰਗਰੇਜ਼ੀ ਰਾਹੀਂ ਜਾਂ ਅੰਗਰੇਜ਼ੀ ਮਾਧਿਅਮ ਦੇ ਵਿੱਚ ਆਪਣੇ ਵਿਚਾਰ ਬੋਲ ਕੇ ਜਾਂ ਲਿਖ ਕੇ ਦੱਸ ਸਕਣ, ਪ੍ਰਗਟ ਕਰ ਸਕਣ। The teacher needs to develop 4 skills of English language in the learners, that is listening, speaking, reading and writing. ਅਧਿਆਪਕ ਨੂੰ ਸਿੱਖਿਆਰਥੀਆਂ ਵਿੱਚ ਅੰਗਰੇਜ਼ੀ ਭਾਸ਼ਾ ਦੇ 4 ਹੁਨਰ ਜਿਵੇਂ ਸੁਣਨਾ, ਬੋਲਣਾ, ਪੜ੍ਹਨਾ ਅਤੇ ਲਿਖਣਾ ਵਿਕਸਿਤ ਕਰਨਾ ਹੁੰਦਾ ਹੈ। The teacher should provide the learners an atmosphere where learners get enough opportunities to listen, speak, read and write simple English. ਅਧਿਆਪਕ ਨੇ ਸਿੱਖਿਆਰਥੀਆਂ ਨੂੰ ਅਜਿਹਾ ਮਾਹੌਲ ਪ੍ਰਦਾਨ ਕਰਨਾ ਹੈ ਜਿਸ ਵਿੱਚ ਸਿੱਖਿਆਰਥੀ ਸਾਧਾਰਨ ਅੰਗਰੇਜ਼ੀ ਸਿੰਪਲ ਇੰਗਲਿਸ਼ ਨੂੰ ਸੁਣ ਸਕਣ, ਬੋਲ ਸਕਣ, ਪੜ੍ਹ ਸਕਣ ਅਤੇ ਲਿਖ ਸਕਣ। ਉਹਨਾਂ ਨੂੰ ਅਜਿਹੇ ਕਾਫੀ ਮੌਕੇ ਮਿਲਣੇ ਚਾਹੀਦੇ ਹਨ। The teacher should enable the learner to communicate with their friends in simple English. ਅਧਿਆਪਕ ਨੂੰ ਆਪਣੇ ਬੱਚਿਆਂ ਨੂੰ ਇਸ ਯੋਗ ਬਣਾਉਣਾ ਚਾਹੀਦਾ ਹੈ ਕਿ ਉਹ ਆਪਣੇ ਮਿੱਤਰਾਂ ਦੇ ਨਾਲ ਸਿੰਪਲ ਅੰਗਰੇਜ਼ੀ ਦੇ ਵਿੱਚ, ਸਿੰਪਲ ਭਾਸ਼ਾ ਦੇ ਵਿੱਚ ਕਮਿਊਨੀਕੇਟ ਕਰ ਸਕੇ, ਗੱਲਬਾਤ ਕਰ ਸਕੇ। ਤੀਸਰਾ ਟੌਪਿਕ ਹੈ ਟੀਚਿੰਗ ਇੰਗਲਿਸ਼ ਐਜ਼ ਅ ਫੋਰਨ ਲੈਂਗੁਏਜ। ਅੰਗਰੇਜ਼ੀ ਨੂੰ ਵਿਦੇਸ਼ੀ ਭਾਸ਼ਾ ਵਜੋਂ ਪੜ੍ਹਾਉਣਾ। Teaching English as a foreign language means teaching English language to the students with different first language. ਅੰਗਰੇਜ਼ੀ ਨੂੰ ਵਿਦੇਸ਼ੀ ਭਾਸ਼ਾ ਦੇ ਤੌਰ ਤੇ ਪੜ੍ਹਾਉਣ ਦਾ ਮਤਲਬ ਹੈ ਵੱਖਰੀ ਪਹਿਲੀ ਭਾਸ਼ਾ ਵਾਲੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਸਿਖਾਉਣਾ। ਉਹ ਵਿਦਿਆਰਥੀ ਜਿਨ੍ਹਾਂ ਦੀ ਪਹਿਲੀ ਭਾਸ਼ਾ ਅੰਗਰੇਜ਼ੀ ਤੋਂ ਬਿਨਾਂ ਹੋਰ ਹੈ। In USSR and France, English is used as foreign language. USSR ਅਤੇ ਫਰਾਂਸ ਦੇ ਵਿੱਚ ਅੰਗਰੇਜ਼ੀ ਨੂੰ ਵਿਦੇਸ਼ੀ ਭਾਸ਼ਾ ਵਜੋਂ ਵਰਤਿਆ ਜਾਂਦਾ ਹੈ। It indicates the use of English in a non-English speaking region. ਇਹ ਗੈਰ ਅੰਗਰੇਜ਼ੀ ਬੋਲਣ ਵਾਲੇ ਖੇਤਰ ਵਿੱਚ ਅੰਗਰੇਜ਼ੀ ਦੀ ਵਰਤੋਂ ਨੂੰ ਦਰਸਾਉਂਦਾ ਹੈ। ਜਿਹੜੇ ਖੇਤਰਾਂ ਵਿੱਚ ਅੰਗਰੇਜ਼ੀ ਨਹੀਂ ਬੋਲੀ ਜਾਂਦੀ ਉੱਥੇ ਅੰਗਰੇਜ਼ੀ ਨੂੰ ਫੋਰਨ ਲੈਂਗੁਏਜ ਦੇ ਤੌਰ ਤੇ ਵਰਤਿਆ ਜਾਂਦਾ ਹੈ। This language is typically learned in the classroom with conscious efforts. ਇਸ ਭਾਸ਼ਾ ਨੂੰ ਆਮ ਤੌਰ ਤੇ ਕਲਾਸਰੂਮ ਵਿੱਚ ਚੇਤਨ ਕੋਸ਼ਿਸ਼ਾਂ ਦੇ ਨਾਲ ਸਿੱਖਿਆ ਜਾ ਸਕਦਾ ਹੈ। Learning a foreign language is an artificial process. ਇਹ ਇੱਕ ਆਰਟੀਫਿਸ਼ੀਅਲ ਅਰਥਾਤ ਨਕਲੀ ਪ੍ਰਕਿਰਿਆ ਹੈ। ਇਹ ਨੈਚੁਰਲ ਪ੍ਰੋਸੈਸ ਨਹੀਂ ਹੈ। It is not the natural process of language learning. ਇਹ ਸਿੱਖਣ ਦੀ ਕੁਦਰਤੀ ਪ੍ਰਕਿਰਿਆ ਨਹੀਂ ਹੈ। ਕੁਦਰਤੀ ਪ੍ਰਕਿਰਿਆ ਦੇ ਵਿੱਚ ਬੱਚਾ ਆਪਣੇ ਆਲੇ ਦੁਆਲੇ ਤੋਂ, ਆਪਣੇ ਮਾਤਾ ਪਿਤਾ ਤੋਂ ਬਹੁਤ ਕੁਝ ਸਿੱਖ ਜਾਂਦਾ ਹੈ, ਭਾਸ਼ਾ ਸਿੱਖਦਾ ਹੈ। ਉਸ ਨੂੰ ਅਸੀਂ ਜਿਸ ਨੂੰ ਮਾਤ ਭਾਸ਼ਾ ਜਾਂ ਮਦਰ ਟੰਗ ਕਹਿੰਦੇ ਹਾਂ। ਤੇ ਫੋਰਨ ਲੈਂਗੁਏਜ ਨੂੰ ਸਿੱਖਣ ਲਈ ਸਾਨੂੰ ਕਲਾਸਰੂਮ ਦੇ ਵਿੱਚ ਬਹੁਤ ਮਿਹਨਤ ਕਰਨੀ ਪੈਂਦੀ ਹੈ। It is a painful process and it requires a lot of practice. ਇਹ ਇੱਕ ਦਰਦਨਾਕ ਪ੍ਰਕਿਰਿਆ ਹੈ, ਇਸ ਲਈ ਬਹੁਤ ਸਾਰੇ ਅਭਿਆਸ ਦੀ ਲੋੜ ਹੈ। ਸਾਨੂੰ ਪ੍ਰੈਕਟਿਸ ਕਰਨ ਦੀ ਲੋੜ ਹੈ। ਅਸੀਂ ਪ੍ਰੈਕਟਿਸ ਨਾਲ ਹੀ ਇਹ ਵਿਦੇਸ਼ੀ ਭਾਸ਼ਾ ਨੂੰ ਸਿੱਖ ਸਕਦੇ ਹਾਂ। It can be learned with the help of an expert of English. ਇਸ ਨੂੰ ਅੰਗਰੇਜ਼ੀ ਦੇ ਕਿਸੇ ਐਕਸਪਰਟ ਦੀ ਸਹਾਇਤਾ ਦੇ ਨਾਲ ਹੀ ਸਿੱਖਿਆ ਜਾ ਸਕਦਾ ਹੈ।
The teacher should enable the students to attain mastery of all four skills, that is listening, speaking, reading and writing of English. ਅਧਿਆਪਕ ਨੂੰ ਆਪਣੇ ਵਿਦਿਆਰਥੀਆਂ ਨੂੰ ਸਾਰੇ ਚਾਰ ਜਿਹੜੇ ਹੁਨਰ ਹਨ, ਅੰਗਰੇਜ਼ੀ ਸੁਣਨਾ, ਬੋਲਣਾ, ਪੜ੍ਹਨਾ ਅਤੇ ਲਿਖਣਾ, ਇਸ ਦੇ ਵਿੱਚ ਮਹਾਰਤ ਹਾਸਲ ਕਰਵਾਉਣੀ ਚਾਹੀਦੀ ਹੈ। This is more time consuming process. ਇਹ ਵਧੇਰੇ ਸਮਾਂ ਲੈਣ ਵਾਲੀ ਪ੍ਰਕਿਰਿਆ ਹੈ। ਪਿਆਰੇ ਬੱਚਿਓ, ਮੈਨੂੰ ਇੰਝ ਲੱਗਦਾ ਹੈ ਕਿ ਬਹੁਤ ਹੀ ਸਿੰਪਲ ਭਾਸ਼ਾ ਦੇ ਵਿੱਚ ਮੈंने ਤੁਹਾਨੂੰ ਇਹ ਸਮਝਾਇਆ ਹੈ। ਇਸ ਲਈ ਕਿਰਪਾ ਕਰਕੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਅਗਲੀਆਂ ਵੀਡੀਓ ਮੈਂ ਤੁਹਾਨੂੰ ਹੋਰ ਭੇਜਦਾ ਰਹਾਂਗਾ।